ਮਨੀਸ਼ ਤਿਵਾੜੀ ਦਾ ਆਪਣੀ ਪਾਰਟੀ ਤੇ ਨਿਸ਼ਾਨਾ। ਮੁੰਬਈ ਹਮਲੇ ਨੂੰ ਲੈ ਕੇ ਤਤਕਾਲੀ ਮਨਮੋਹਨ ਸਰਕਾਰ ਦੇ ਉੱਤੇ ਚੁੱਕੇ ਸਵਾਲ। ਆਪਣੀ ਕਿਤਾਬ ਦੇ ਵਿੱਚ ਲਿਖਿਆ, ਪਾਕਿਸਤਾਨ ਤੇ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ। ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਨਗੇ ਕੇਜਰੀਵਾਲ। ਵੱਡਾ ਸਵਾਲ ਕਿ ਮੁੱਖ ਮੰਤਰੀ ਫੇਸ ਦਾ ਕਰਨਗੇ ਐਲਾਨ। 2022 ਨੂੰ ਲੈ ਕੇ ਪੰਜਾਬ ਬੀਜੇਪੀ ਵੀ ਐਕਸ਼ਨ 'ਚ। ਕਾਨੂੰਨ ਵਾਪਸੀ ਦੇ ਐਲਾਨ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਅਹਿਮ ਬੈਠਕ। ਥੋੜੀ ਦੇਰ ਦੇ ਵਿੱਚ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਦੀ ਪ੍ਰੈਸ ਕਾਨਫਰੰਸ। ਪੰਜਾਬ ਬੀਜੇਪੀ ਇੰਚਾਰਜ ਦੁਸ਼ਯੰਤ ਗੌਤਮ ਦਾ ਵੱਡਾ ਬਿਆਨ। ਬੋਲੇ ਅਕਾਲੀ ਦਲ ਚਾਹੇ ਤਾਂ ਮੁੜ ਕਰ ਸਕਦਾ ਹੈ ਵਾਪਸੀ, ਪਰ ਇਸ ਵਾਰ ਰਹਿਣਾ ਹੋਵੇਗਾ ਛੋਟੇ ਭਰਾ ਦੀ ਤਰ੍ਹਾਂ। ਖੇਤੀ ਕਾਨੂੰਨਾਂ ਕਰਕੇ ਅਕਾਲੀ ਦਲ ਨੇ ਬੀਜੇਪੀ ਨਾਲ ਤੋੜਿਆ ਸੀ ਗਠਜੋੜ। ਕਾਨਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਬੀਜੇਪੀ ਪ੍ਰਧਾਨ ਜੇਪੀ ਨੱਡਾ। ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਵੀ ਟੇਕਿਆ ਮੱਥਾ। ਨੱਡਾ ਬੋਲੇ, ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਲਈ ਕੀਤੇ ਵੱਡੇ ਫੈਸਲੇ। ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਸੀ ਇਤਿਹਾਸਿਕ ਪਲ। ਗਲਵਾਨ ਦੇ ਸ਼ਹੀਦਾਂ ਦਾ ਰਾਸ਼ਟਰਪਤੀ ਨੇ ਕੀਤਾ ਸਨਮਾਨ। ਕਰਨਲ ਸੰਤੋਸ਼ ਬਾਬੂ ਨੂੰ ਮਹਾਵੀਰ ਚੱਕਰ ਤਾਂ ਪੰਜਾਬ ਦੇ ਸ਼ਹੀਦ ਗੁਰਤੇਜ ਦਾ ਵੀਰ ਚੱਕਰ ਨਾਲ ਸਨਮਾਨ। ਚੀਨੀ ਫੌਜੀਆਂ ਨਾਲ ਝੜਪ ਦੌਰਾਨ ਹੋਏ ਸਨ ਕੁਰਬਾਨ। ਆਪ ਸੁਪਰੀਮੋ ਦਾ ਸਭ ਤੋਂ ਵੱਡਾ ਇੰਟਰਵਿਊ ਕਦੋਂ ਸਾਹਮਣੇ ਆਵੇਗਾ? ਆਪ ਦਾ ਸੀਐਮ ਚਿਹਰਾ। ਕੇਜਰੀਵਾਲ ਤੋਂ ਸੁਣੋ ਆਪ ਦਾ ਪੰਜਾਬ ਪਲਾਨ। ਨਿਊਜ਼ 18 ਤੇ ਅਰਵਿੰਦ ਕੇਜਰੀਵਾਲ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਾਂਗਰਸ ਦੇ ਐਮਪੀ ਦੀ। ਕਾਂਗਰਸ ਦੇ ਅਨੰਦਪੁਰ ਸਾਹਿਬ ਤੋਂ ਐਮਪੀ ਸੀਨੀਅਰ ਆਗੂ ਮਨੀਸ਼ ਤਿਵਾੜੀ ਮੋਰਚਾ ਖੋਲ ਰਹੇ ਨੇ ਆਪਣੀ ਸਾਬਕਾ ਸਰਕਾਰ ਦੇ ਉੱਤੇ, ਜੋ ਕੇਂਦਰ ਦੇ ਵਿੱਚ ਸਾਬਕਾ ਉਹਨਾਂ ਦੀ ਸਰਕਾਰ ਸੀ ਉਸ ਦੇ ਉੱਤੇ। ਮਨੀਸ਼ ਤਿਵਾੜੀ ਦੀ ਕਿਤਾਬ ਦੇ ਵਿੱਚ ਕਾਂਗਰਸ ਦੇ ਉੱਤੇ ਜੋ ਲਿਖਿਆ ਗਿਆ, 2008 ਦੇ ਵਿੱਚ ਜੋ ਕੁਝ ਮੁੰਬਈ 'ਚ ਹੋਇਆ ਉਸ ਦੇ ਉੱਤੇ ਜੋ ਲਿਖਿਆ ਗਿਆ, ਉਸ ਤੇ ਕਾਂਗਰਸ ਦੇ ਵਿੱਚ ਹਲਚਲ ਨਜ਼ਰ ਆ ਰਹੀ ਹੈ। ਸੋਨੀਆ ਗਾਂਧੀ ਨੂੰ ਮਿਲਣ 10 ਜਨਪਥ ਪਹੁੰਚੇ ਨੇ ਏ.ਕੇ. ਐਂਟਨੀ ਤੇ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੇ ਪ੍ਰਧਾਨ ਨੇ ਐਂਟਨੀ। ਤਿਵਾੜੀ ਦੀ ਕਿਤਾਬ ਦੇ ਵਿੱਚ ਯੂਪੀਏ ਸਰਕਾਰ ਦੇ ਉੱਤੇ ਸਵਾਲ ਚੁੱਕੇ ਗਏ ਨੇ। 26/11 ਅੱਤਵਾਦੀ ਹਮਲੇ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਮੁੰਬਈ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਕਾਰਵਾਈ ਨਾ ਕਰਨਾ ਸੰਜਮ ਨਹੀਂ ਬਲਕਿ ਕਮਜ਼ੋਰੀ ਦੀ ਨਿਸ਼ਾਨੀ ਸੀ। ਏ.ਕੇ. ਐਂਟਨੀ ਮਨਮੋਹਨ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਤੇ ਹੁਣ ਕਾਂਗਰਸ ਦੇ ਅੰਦਰ ਹਲਚਲ ਨਜ਼ਰ ਆ ਰਹੀ ਹੈ, ਕਿਉਂਕਿ ਕਾਂਗਰਸ ਇਹ ਵੀ ਸ਼ਾਇਦ ਮਹਿਸੂਸ ਕਰ ਰਹੀ ਹੋਏਗੀ ਕਿ ਮਨੀਸ਼ ਤਿਵਾੜੀ ਦੀ ਇਹ ਟਿੱਪਣੀ ਕਿਤੇ ਨਾ ਕਿਤੇ ਡੈਮੇਜ ਕਰ ਸਕਦੀ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ, ਖਾਸ ਤੌਰ ਤੇ ਜਿਹੜੀਆਂ 5 ਸੂਬਿਆਂ ਦੀਆਂ ਚੋਣਾਂ ਔਰ ਸਭ ਤੋਂ ਜ਼ਿਆਦਾ ਅਹਿਮ ਕਾਂਗਰਸ ਦੇ ਲਈ ਉੱਤਰ ਪ੍ਰਦੇਸ਼ ਤੇ ਪੰਜਾਬ ਦੀ ਚੋਣ। ਤਾਂ ਵੱਡੀ ਖਬਰ ਇਸ ਸਮੇਂ ਮਨੀਸ਼ ਤਿਵਾੜੀ ਦਾ ਬਿਆਨ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ। ਦਰਅਸਲ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ, ਬਿਲਕੁਲ ਨਵੀਂ ਜੋ ਕਿਤਾਬ ਲਿਖੀ ਹੈ। ਅੱਜ ਕੱਲ੍ਹ ਦੇਸ਼ ਦੇ ਵਿੱਚ ਕਿਤਾਬਾਂ ਦੇ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਬਹੁਤ ਸਿਆਸਤ ਵੀ ਹੋ ਰਹੀ ਹੈ, ਵਿਵਾਦ ਵੀ ਹੋ ਰਹੀ ਹੈ। ਸਲਮਾਨ ਖੁਰਸ਼ੀਦ ਦੀ ਕਿਤਾਬ ਕੁਝ ਦਿਨ ਪਹਿਲਾਂ ਆਈ, ਅਯੋਧਿਆ, ਉਸ ਦੇ ਉੱਤੇ ਜ਼ਬਰਦਸਤ ਬਵਾਲ ਹੋਇਆ ਸਿਆਸੀ ਪੱਧਰ ਤੇ ਪੂਰੇ ਦੇਸ਼ ਦੇ ਵਿੱਚ। ਤਾਂ ਹੁਣ ਮਨੀਸ਼ ਤਿਵਾੜੀ ਦੀ ਕਿਤਾਬ ਦੇ ਵਿੱਚ 26/11 ਦਾ ਜ਼ਿਕਰ ਹੈ। 26/11 2008 ਨੂੰ ਮੁੰਬਈ ਦੇ ਵਿੱਚ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਹਮਲਾ ਕੀਤਾ ਸੀ। ਇੱਕੋ ਪੁਆਇੰਟ ਦੇ ਉੱਤੇ, ਇੱਕੋ ਸਮੇਂ ਦੇ ਉੱਤੇ ਕਈ ਪੁਆਇੰਟਸ ਦੇ ਉੱਤੇ। ਉਸ ਦੇ ਵਿੱਚ ਮੁੰਬਈ ਦਾ ਤਾਜ ਹੋਟਲ ਵੀ ਸੀ, ਨਰਿਮਨ ਹਾਊਸ ਵੀ ਸੀ, ਉਸ ਦੇ ਵਿੱਚ ਛਤਰਪਤੀ ਟਰਮੀਨਲ ਵੀ ਸੀ ਤੇ ਕੁਝ ਟੈਕਸੀ ਦੇ ਵਿੱਚ ਵੀ ਬੰਬ ਰੱਖੇ ਗਏ। ਤਾਂ ਕਰੀਬ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਉਸ ਪੂਰੇ ਅੱਤਵਾਦੀ ਹਮਲੇ ਦੇ ਵਿੱਚ। ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਤੇ ਹੁਣ ਮਨੀਸ਼ ਤਿਵਾੜੀ ਕਹਿ ਰਹੇ ਨੇ ਕਿ ਉਸ ਸਮੇਂ ਸੰਜਮ ਨਹੀਂ ਬਲਕਿ ਉਹ ਕਮਜ਼ੋਰੀ ਦੀ ਨਿਸ਼ਾਨੀ ਸੀ ਕਿ ਅਸੀਂ ਜਵਾਬ ਨਹੀਂ ਦਿੱਤਾ। ਮਨੀਸ਼ ਤਿਵਾੜੀ ਦੀ ਖਬਰ ਦੇ ਉੱਤੇ ਨਜ਼ਰ ਬਣੀ ਹੋਈ ਹੈ ਕਿ ਕੁਝ ਕਾਂਗਰਸ ਦੇ ਵਿੱਚ ਹਲਚਲ ਹੈ, ਤੁਹਾਡੇ ਤੱਕ ਅਪਡੇਟ ਪਹੁੰਚਾਵਾਂਗੇ। ਪਰ ਇਸ ਸਭ ਦੇ ਵਿਚਾਲੇ ਤੁਹਾਨੂੰ ਲੈ ਕੇ ਚੱਲਦੇ ਹਾਂ ਬੀਜੇਪੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ। ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੀ ਪਹਿਲੀ ਮੀਟਿੰਗ ਤੇ ਪ੍ਰੈਸ ਕਾਨਫਰੰਸ। बदलाव आया है, ये बात भी आपके समक्ष जरूर रखूंगा। श्री नरेंद्र मोदी जी के नेतृत्व में खैर चंडीगढ़ का भी रुख करांगे पर इस सब दे विचाले दिल्ली लेके चलते हैं जिथे गौरव भाटिया दे वल्लों प्रेस कॉन्फ्रेंस की जा रही है और मनीष तिवाड़ी की किताब के उत्ते मनीष तिवाड़ी जो असीं पूरा जिक्र कर रहे थे मनीष तिवाड़ी दे वल्लों की गई टिप्पणी का कमजोरी की निशानी है की कुछ कह रहे हैं गौरव भाटिया सुनते हैं। पुलवामा हमले के बाद
हमारी वीर सेना को खुला हाथ दिया, उसका परिणाम आप सबके समक्ष है। बालाकोट एयर स्ट्राइक हुई, पाकिस्तान को घुस के ठोका, बताया कि भारत की ताकत क्या है, बताया हमारी सेना कितनी वीर है। भारत की तरफ बुरी नजर उठाओगे तो तुम्हें बख्शा नहीं जाएगा। लेकिन यह अनुमति मुंबई आतंकी हमलों के बाद क्यों नहीं दी गई? यह तो आज कांग्रेस के पूर्व मंत्री खुद कह रहे हैं। दूसरा सवाल मन में आता है कि जो पुलिसकर्मी थे जिन्होंने सर्वोच्च बलिदान हमारे देश की सुरक्षा के लिए दिया, भारतवासियों के लिए दिया, जो एनएसजी कमांडो शहीद हो गए, आपने उनकी कुर्बानी को भी अपमानित किया। और यह इकलौता वाक्य जो है, इसमें इतनी ताकत है कि सोनिया गांधी जी, आपकी यह सहूलियत की जो राजनीति है उसको छोड़कर देश को आपको यह बताना होगा कि ऐसी कौन सी दोस्ती, ऐसा कौन सा विशेष प्रेम आपका पाकिस्तान के प्रति है कि आपने और पूर्व प्रधानमंत्री मनमोहन सिंह जी ने यह अनुमति हमारी वीर सेना को नहीं दी। या फिर यह कहें कि कहीं ऐसा तो नहीं है कि आपको हमारी वीर सेना पे भरोसा नहीं था। हमें कभी नहीं भूलना चाहिए कि इस आतंकी हमले में करीब करीब 170 भारतीय मौत के घाट उतार दिए गए। पीड़ा होती है, और संवेदनशीलता देखिए, यह बात याद आती है जब हमारे देश पर हमला हो रहा था आतंकी, तब पूर्व अध्यक्ष कांग्रेस पार्टी के राहुल गांधी जी, मेरे हाथ में देखिए एक न्यूज़पेपर की रिपोर्ट है, सुबह तक नाच गाना कर रहे थे। एक तरफ उम्मीद की जाती है कि प्रभु कभी ना करे कि हमारे देश पे ऐसा आतंकी हमला। ਤਾਂ ਮਨੀਸ਼ ਤਿਵਾੜੀ ਦੇ ਵੱਲੋਂ ਆਪਣੀ ਕਿਤਾਬ ਦੇ ਵਿੱਚ ਕੀਤੀ ਗਈ ਟਿੱਪਣੀ ਦੇ ਉੱਤੇ ਬੀਜੇਪੀ ਹਮਲਾਵਰ ਹੈ। ਮਨੀਸ਼ ਤਿਵਾੜੀ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਜੋ ਸੰਜਮ ਰੱਖਿਆ ਗਿਆ 2008 ਦੇ ਵਿੱਚ ਜੋ ਕੁਝ ਹੋਇਆ ਮੁੰਬਈ ਦੇ ਵਿੱਚ ਜ਼ਖਮ ਅਜੇ ਵੀ ਅਲੇ ਨੇ ਤੇ ਇਸ ਵਿਚਾਲੇ ਹੁਣ ਬੀਜੇਪੀ ਨਿਸ਼ਾਨਾ ਸਾਧ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਵਿਸ਼ਵਾਸ ਭਰੋਸਾ ਨਹੀਂ ਸੀ ਭਾਰਤੀ ਫੌਜ ਦੇ ਉੱਤੇ ਉਸ ਸਮੇਂ ਕਾਂਗਰਸ ਦੀ ਸਰਕਾਰ ਨੂੰ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਦੀ ਪਟੀਸ਼ਨ ਦੇ ਉੱਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਾਈ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। गिरफ्तारी के खिलाफ खैरा दे वकील दे वल्लों पटीशन दाखिल की गई सी। पटीशन दे विच खैरा ने कहा कि जो भी समन किया ईडी के सामने मैं हाजिर होया, 11 वार समन किया, हर बार पेश होया, तो फिर गिरफ्तारी क्यों? तो दस दिए कि सुखपाल खैरा नूं ईडी दे वल्लों गिरफ्तार किया गया कुछ दिन पहला जो चंडीगढ़ दे विच उन्हां नूं ईडी के दफ्तर सद्दिया गया सी पुछ पड़ताल दे लई। तो करीब 2 ਤੋਂ 3 घंटे पुछताछ तो बाद सुखपाल खैरा नूं गिरफ्तार कर लिया गया। उस समय तो ही सुखपाल खैरा पहला ईडी दे वल्लों पुछ पड़ताल की गई, उस तो बाद अदालत दे वल्लों मोहाली दी अदालत दे वल्लों खैरा नूं जुडिशियल कस्टडी दे विच भेज दिता गया सी, न्यायिक हिरासत दे विच, ते इस सब दे विचाले अदालत दा रुख किया गया। तो तुहानूं दस दईए कि इस समय की जो खबर है कि अदालत दे वल्लों नोटिस ईडी नूं जारी किया गया। अपनी पटीशन दे विच तर्क दिता गया सुखपाल खैरा दे वल्लों कि मैनूं जदों भी समन किया गया
ਪੁੱਛ ਪੜਤਾਲ ਦੇ ਲਈ ਸੱਦਿਆ ਗਿਆ। ਮੈਂ ਗਿਆ 11 ਵਾਰ ਈਡੀ ਨੇ ਮੈਨੂੰ ਸੰਮਨ ਕੀਤਾ ਤੇ ਮੈਂ ਹਰ ਵਾਰ ਪੇਸ਼ ਹੋਇਆ। ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਚੰਡੀਗੜ੍ਹ ਤੋਂ ਸਾਡੇ ਨਾਲ ਨੇ ਉਮੇਸ਼ ਸ਼ਰਮਾ। ਉਮੇਸ਼, ਕੀ ਕੁਝ ਜਾਣਕਾਰੀ ਤੁਹਾਡੇ ਕੋਲ? ਦੇਖੋ, ਜਦੋਂ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਹੀ ਲੱਗਣ ਲੱਗਿਆ ਸੀ ਕਿ ਸੁਖਪਾਲ ਖਹਿਰਾ ਜਿਹੜਾ ਹੈਗੇ ਨੇ ਉਹ ਹਾਈ ਕੋਰਟ ਦਾ ਰੁਖ ਕਰਨਗੇ ਔਰ ਫਾਈਨਲੀ ਰੁਖ ਕੀਤਾ ਤੇ ਪਟੀਸ਼ਨ ਜਿਹੜੀ ਪਾਈ ਉਹਦੇ ਵਿੱਚ ਲਿਖਿਆ ਕਿ ਈਡੀ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ। ਉਹਦਾ ਰੀਜ਼ਨ ਦੱਸਿਆ ਸਿਲਸਿਲੇਵਾਰ। ਜਦੋਂ ਸਮਨਿੰਗ ਦੀ ਸ਼ੁਰੂਆਤ ਹੋਈ, 1 ਸਮਨ 2 ਸਮਨ, ਜਿੰਨੀ ਵਾਰ ਵੀ ਈਡੀ ਨੇ ਬੁਲਾਇਆ, ਜ਼ਿਕਰ ਕੀਤਾ 11 ਵਾਰ ਕਿ ਜਿੰਨੀ ਵਾਰ ਈਡੀ ਨੇ ਬੁਲਾਇਆ ਉਹ ਪੇਸ਼ ਹੁੰਦੇ ਰਹੇ। 11ਵੀਂ ਵਾਰ ਜਦੋਂ ਉਹ ਪੇਸ਼ ਹੋਣ ਗਏ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ, ਜਦਕਿ ਏਦਾਂ ਹੋਣਾ ਨਹੀਂ ਚਾਹੀਦਾ ਸੀ ਔਰ ਗਲਤ ਦੱਸਿਆ, ਇਲੀਗਲ ਦੱਸਿਆ, ਉਸ ਦੇ ਖਿਲਾਫ ਹੀ ਪਟੀਸ਼ਨ ਪਾਈ ਹੈ ਤੇ ਹੁਣ ਨੋਟਿਸ ਕੀਤਾ ਹਾਈ ਕੋਰਟ ਨੇ ਈਡੀ ਨੂੰ। ਥੋੜੇ ਦਿਨਾਂ ਵਿੱਚ ਜਵਾਬ ਦੇਣਾ ਹੋਏਗਾ ਈਡੀ ਨੂੰ ਕਿ ਕਿਉਂ ਗ੍ਰਿਫਤਾਰੀ ਪਾਈ, ਕੀ ਰੀਜ਼ਨ ਸੀ ਕਿ ਜਦੋਂ ਪੇਸ਼ ਹੋਣ ਤੋਂ ਬਾਅਦ ਵੀ ਐਡੀ ਕੀ ਲੋੜ ਸੀ ਕਿ ਬਿਨਾਂ ਨੋਟਿਸ ਦਿੱਤੇ ਤੁਸੀਂ ਗ੍ਰਿਫਤਾਰ ਕੀਤਾ। ਸਾਰੇ ਜਵਾਬ ਹੈ ਜਿਹੜੇ ਈਡੀ ਨੂੰ ਦੇਣੇ ਹੋਣਗੇ। ਹੁਣ ਦੇਖਣਾ ਹੋਏਗਾ ਕਿ ਈਡੀ ਦੇ ਜਵਾਬ ਜਦੋਂ ਆਏਗਾ ਉਹਦੇ ਵਿੱਚ ਕੀ ਤੱਥ ਨਿਕਲ ਕੇ ਆਉਂਦੇ ਨੇ। ਅਗਲੀ ਸੁਣਵਾਈ ਕਦੋਂ ਹੈ? ਤਾਂ ਸਿੱਧੇ ਤੌਰ ਤੇ ਇੱਕ ਤਰੀਕੇ ਨਾਲ ਜ਼ਮਾਨਤ ਦੇ ਲਈ ਪਾਈ ਗਈ ਹੈ ਜਾਂ ਫਿਰ ਗ੍ਰਿਫਤਾਰੀ ਦੇ ਉੱਤੇ ਕੁਐਸਚਨ ਮਾਰਕ ਚੁੱਕਿਆ ਗਿਆ ਈਡੀ ਦੇ ਵੱਲੋਂ ਜੋ ਗ੍ਰਿਫਤਾਰ ਕੀਤਾ ਗਿਆ? ਅਗਲੀ ਸੁਣਵਾਈ ਕਦੋਂ ਹੋਏਗੀ? ਕਦੋਂ ਤੱਕ ਨੋਟਿਸ ਦਾ ਜਵਾਬ ਈਡੀ ਨੂੰ ਦੇਣਾ ਹੈ? ਦੇਖੋ, ਜਿੱਦਾਂ ਹੀ ਇੱਕ ਆਰਡਰ ਦੀ ਆ ਜਾਂਦੀ ਹੈ ਕਾਪੀ, ਉਹਦੇ ਵਿੱਚ ਡੇਟ ਮੈਂਸ਼ਨ ਹੋ ਕੇ ਆਏਗੀ। ਲੇਕਿਨ ਇੰਨਾ ਜ਼ਰੂਰ ਹੈ ਕਿ ਜਿਹਦੇ ਵਿੱਚ ਜ਼ਿਕਰ ਜਿਹੜਾ ਪਟੀਸ਼ਨ ਹੈ, ਜ਼ਿਕਰਯੋਗ ਇਹ ਹੈ ਕਿ ਸਾਫ਼ ਕਿਹਾ ਈਡੀ ਦੇ ਉੱਪਰ ਨਿਸ਼ਾਨਾ ਇਸ ਤਰ੍ਹਾਂ ਦਾ ਸੁਖਪਾਲ ਖਹਿਰਾ ਨੇ ਸੱਦਿਆ ਕਿ 11 ਵਾਰ ਈਡੀ ਨੇ ਬੁਲਾਇਆ, ਮੈਂ ਹਮੇਸ਼ਾ ਪੇਸ਼ ਹੁੰਦਾ ਰਿਹਾ, ਈਡੀ ਦੇ ਸਾਹਮਣੇ ਹਮੇਸ਼ਾ ਗਿਆ, ਜਦੋਂ ਸਮਨ ਕੀਤਾ ਮੈਂ ਪੇਸ਼ ਹੁੰਦਾ ਰਿਹਾ। ਜਿੱਦਾਂ ਹੀ ਮੈਂ 11ਵੀਂ ਵਾਰ ਪੇਸ਼ ਹੋਣ ਗਿਆ ਮੈਨੂੰ ਅਰੈਸਟ ਕੀਤਾ ਗਿਆ। ਤੇ ਕਿਤੇ ਨਾ ਕਿਤੇ ਆਪਣੀ ਇੱਕ ਦਲੀਲ ਪੂਰੀ ਰੱਖੀ ਹੈ ਕਿ ਉਹਨਾਂ ਨੇ ਈਡੀ ਦੇ ਸਮਨਾਂ ਦਾ ਕਦੀ ਉਲੰਘਣਾ ਨਹੀਂ ਕੀਤੀਆਂ ਜਾਂ ਕਦੀ ਉਹ ਬਚਦੇ ਨਹੀਂ ਰਹੇ, ਉਹ ਪੇਸ਼ ਹੁੰਦੇ ਰਹੇ। ਲੇਕਿਨ ਹੁਣ ਈਡੀ ਦਾ ਜਵਾਬ ਜਦੋਂ ਆਏਗਾ, ਈਡੀ ਕੀ ਕਹਿੰਦੀ ਆਪਣੇ ਜਵਾਬ ਵਿੱਚ ਕਿ ਕਿਉਂ ਇਹੋ ਜਿਹੇ ਸਰਕਮਟਾਂਸਿਸ ਬਣੇ, परिस्थितियां ਬਣੀ ਜਿਹਦੇ ਵਿੱਚ ਖਹਿਰਾ ਨੂੰ ਗ੍ਰਿਫਤਾਰ ਕਰਨਾ ਪੈ ਗਿਆ, ਉਹ ਈਡੀ ਨੇ ਹਾਈ ਕੋਰਟ ਨੂੰ ਜਵਾਬ ਦੇਣਾ ਜੀ। ਠੀਕ ਹੈ ਉਮੇਸ਼, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਸੁਖਪਾਲ ਖਹਿਰਾ ਈਡੀ ਦੇ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਅਦਾਲਤ ਨੇ ਭੇਜੇ ਨੇ ਤੇ ਸਭ ਦੇ ਵਿੱਚ ਆਏ ਕੋਰਟ ਦੇ ਵਿੱਚ ਜਾ ਕੇ ਆਪਣੀ ਗ੍ਰਿਫਤਾਰੀ ਦੇ ਉੱਤੇ ਸਵਾਲ ਚੁੱਕੇ ਨੇ ਸੁਖਪਾਲ ਖਹਿਰਾ ਨੇ। ਖੈਰ, ਤੁਹਾਨੂੰ ਸਿੱਧਾ ਲੈ ਕੇ ਚੱਲਦੇ ਇਸ ਸਮੇਂ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ। ਲੀਡਰਗਨ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਜਾਂ ਜਿੰਨੇ ਵੀ ਵਰਕਰ ਸਾਹਿਬਾਨ ਇੱਥੇ ਪਹੁੰਚੇ ਨੇ, ਮੈਂ ਸਾਰਿਆਂ ਦਾ ਸਵਾਗਤ ਕਰਦਾ, ਜੀ ਆਇਆਂ ਨੂੰ ਕਹਿਣਾ। ਅੱਜ ਇੱਕ ਬੜੇ ਮਹੱਤਵਪੂਰਨ, ਬੜੇ ਇੰਪੋਰਟੈਂਟ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ, ਕਿਉਂਕਿ ਪੰਜਾਬ ਇੱਕ ਇਹੋ ਜਿਹੇ ਮੋੜ ਤੇ ਆ ਗਿਆ ਕਿ ਪੰਜਾਬੀਆਂ ਨੇ ਆਪਣੇ ਆਉਣ ਵਾਲੇ 5 ਸਾਲਾਂ ਦੇ ਭਵਿੱਖ ਦਾ ਫੈਸਲਾ ਕਰਨਾ ਹੈ। ਉਹਦੇ ਵਾਸਤੇ ਉਹਨਾਂ ਨੇ ਚੁਣਨਾ ਹੈ ਕਿ ਕਿਹੜੀ ਪਾਰਟੀ ਦਾ ਕੀ ਵਿਊ ਹੈ, ਕਿਹੜੀ ਪਾਰਟੀ ਦਾ ਕੀ ਵਿਜ਼ਨ ਹੈ, ਕਿਹੜੀ ਪਾਰਟੀ ਕੋਲੇ ਕੀ ਨਕਸ਼ਾ ਹੈ, ਕਿਹੜੀ ਪਾਰਟੀ ਕੋਲੇ ਪੰਜਾਬ ਦੇ ਭਵਿੱਖ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ ਜਾਂ ਨੌਜਵਾਨਾਂ ਦਾ ਵਿਜ਼ਨ ਕੀ ਹੈ। ਔਰ ਕਹਿੰਦੇ ਕਿ ਕਿਸੇ ਵੀ ਕੌਮ ਦਾ, ਕਿਸੇ ਵੀ ਦੇਸ਼ ਦਾ ਜਿਹੜਾ ਬੇਸ ਹੈ ਉਹ ਐਜੂਕੇਸ਼ਨ ਹੁੰਦਾ ਹੈ, ਸਿੱਖਿਆ। ਤੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਹੈ ਉਹ ਪਿਛਲੇ ਕਈ ਸਾਲਾਂ ਤੋਂ ਢਹਿ ਢੇਰੀ ਹੋ ਗਈ, ਕਲੈਪਸ ਕਰ ਗਿਆ ਜਿਹੜਾ ਸਿਸਟਮ ਹੈ। ਐਕਚੁਅਲੀ ਸਿਸਟਮ ਹੈ ਹੀ ਨਹੀਂ, ਸਿਰਫ ਸਕੂਲਾਂ ਨੂੰ ਬਾਹਰੋਂ ਰੰਗ ਕਰਕੇ ਸਮਾਰਟ ਲਿਖ ਦੇਣ ਨਾਲ ਉਹ ਸਕੂਲ ਸਮਾਰਟ ਨਹੀਂ ਬਣਦੇ। ਸਕੂਲ ਦੇ ਅੰਦਰ ਕੀ ਪੜ੍ਹਾਇਆ ਜਾ ਰਿਹਾ ਹੈ, ਬੱਚੇ ਛੁੱਟੀ ਤੋਂ ਬਾਅਦ ਕੀ ਗਿਆਨ ਪ੍ਰਾਪਤ ਕਰਕੇ ਆ ਰਹੇ ਨੇ ਸਕੂਲ ਤੋਂ ਬਾਹਰ, ਇਹ ज़्यादा इंपॉर्टेंट है। मैं खुद एक टीचर का बेटा ते टीचर्स नूं नेशन बिल्डर कहा जाता है, पर अज नेशन बिल्डर जिहड़े ने पंजाब दे उन्हां दी हालत की है, इहदे बारे तुसीं जानदे हो। तुसीं बहुत बारी अपने कैमरे राहीं उन्हां दी हालत दिखाई है। अज नकली डाटे तैयार किए जाते हैं ताकि अंकड़ियां दे विच दिखाया जा सके कि पंजाब एजुकेशन दे विच कैमरे राहीं उन्हां दी हालत दिखाई है। अज स्कूल खाली ने, पर स्कूल दे सामने जिहड़ी नकली डाटे तैयार किए जाते हैं वो बिल्कुल भरी पई है ताकि अंकड़ियां दे विच दिखाया जा सके PTT पंजाब एजुकेशन दे विच बहुत अगे लंघ गया। कच्चे अध्यापक अज
ਕੰਟਰੈਕਟ ਤੇ ਜਿਹੜੇ ਰੱਖੇ ਨੇ ਕੰਪਿਊਟਰ ਸਕੂਲ ਖਾਲੀ ਨੇ ਹਰ ਰੋਜ਼ ਜਾਂਗਾਂ ਦੇ ਸਾਹਮਣੇ ਜਿਹੜੀ ਪਾਣੀ ਦੀ ਟੈਂਕੀ ਹੈ ਪਾਣੀ ਦੀਆਂ ਬਸ਼ਾਰਾਂ ਚੱਲਦੇ ਨੇ ਬਿਲਕੁਲ ਭਰੀ ਪਈ ਹੈ ਟੀਚਰਾਂ ਇੱਥੋਂ ਤੱਕ ਕਿ मतलब अरुण को ऑफ ਈਟੀ ਨਹਿਰਾਂ 'ਚ ਛਾਲਾਂ ਮਾਰ ਕੇ ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਕੱਚੇ ਅਧਿਆਪਕ ਕੰਟਰੈਕਟ ਤੇ ਜਿਹੜੇ ਰੱਖੇ ਐਜੂਕੇਸ਼ਨ ਬੋਰਡ ਦੀਆਂ ਬਿਲਡਿੰਗਾਂ ਤੇ ਚੜ੍ਹ ਕੇ ਹਰ ਰੋਜ਼ ਡਾਂਗਾਂ ਪੈਂਦੀਆਂ ਨੇ ਪਾਣੀ ਦੀਆਂ ਕਿ ਬਸ਼ਾਰਾਂ ਚੱਲਦੇ ਨੇ ਧਿਆਨ ਖਿੱਚਣ ਦੀ ਇੱਥੋਂ ਤੱਕ ਕਿ ਧਿਆਨ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨਹਿਰਾਂ 'ਚ ਛਾਲਾਂ ਮਾਰ ਕੇ ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਦੀ ਜੇ ਆਹ ਹਾਲ ਟੀਚਰਾਂ ਦਾ ਐਜੂਕੇਸ਼ਨ ਬੋਰਡ ਦੀਆਂ ਬਿਲਡਿੰਗਾਂ ਤੇ ਚੜ੍ਹ ਕੇ ਬੱਚਿਆਂ ਦਾ ਪ੍ਰਦਰਸ਼ਨ ਕਰਕੇ ਮੀਡੀਆ ਦਾ ਧਿਆਨ ਖਿੱਚਣ ਦੀ ਇਸ ਵੇਲੇ ਅਕਾਲੀ ਗਵਰਨਮੈਂਟ ਵੇਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਟੀਚਰਸ ਤੇ ਜੇ ਆਹ ਹਾਲ ਟੀਚਰਾਂ ਦਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਤਾਂ ਫਿਰ ਉੱਥੇ ਕਿ ਜੇ ਟੀਚਰਸ ਦਾ ਹਾਲ ਹੈ ਬੱਚਿਆਂ ਦਾ ਭਵਿੱਖ ਕੀ ਹੋਊਗਾ ਮੈਨੂੰ ਯਾਦ ਹੈ ਜਿਸ ਵੇਲੇ ਅਕਾਲੀ ਗਵਰਨਮੈਂਟ ਵੇਲੇ ਟੀਚਰਸ ਦਾ